ਸਤਿ ਸ੍ਰੀ ਅਕਾਲ। ਤੁਸੀਂ ਪੰਜਾਬਿਸਤਾਨ ਟੀਵੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ। ਅੱਜ ਮੇਰੇ ਨਾਲ ਡਾਕਟਰ ਅਮਨਪ੍ਰੀਤ ਸਿੰਘ ਬਰਾੜ ਮੌਜੂਦ ਨੇ, ਜੋ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਪੰਜਾਬ ਦੀ ਅਰਥ ਵਿਵਸਥਾ ਨੂੰ ਲੈ ਕੇ, ਪੰਜਾਬ ਦੇ ਆਰਥਿਕ ਢਾਂਚੇ, ਪੰਜਾਬ ਦੀ ਖੁਦ ਮੁਖਤਿਆਰੀ ਨੂੰ ਲੈ ਕੇ, ਆਤਮ ਨਿਰਭਰਤਾ ਨੂੰ ਲੈ ਕੇ, ਜਾਂ ਹੋਰ ਪੰਜਾਬ ਦੇ ਜਿਹੜੇ ਅਹਿਮ ਮੁੱਦੇ ਨੇ ਉਹਨਾਂ ਦੇ ਉੱਤੇ ਆਪਣੇ ਵਿਚਾਰ ਰੱਖਦੇ ਨੇ। ਅੱਜ ਸਾਡੀ ਚਰਚਾ ਦਾ ਵਿਸ਼ਾ ਹੋਏਗਾ ਕਿ ਅਸੀਂ ਪੰਜਾਬ ਦੀ ਜਿਹੜੀ ਅਰਥ ਵਿਵਸਥਾ ਡਾਵਾਂਡੋਲ ਹੋਈ ਹੈ ਉਹ ਕਿਸ ਤਰ੍ਹਾਂ ਉੱਪਰ ਆ ਸਕਦੀ ਹੈ, ਕਿਉਂ ਲਗਾਤਾਰ ਪੰਜਾਬ ਦੇ ਸਿਰ ਤੇ ਕਰਜ਼ਾ ਚੜ੍ਹਦਾ ਜਾ ਰਿਹਾ। ਜਿਸ ਤਰ੍ਹਾਂ ਦੀਆਂ ਅਸੀਂ ਅੰਕੜੇ ਦੇਖਦੇ ਹਾਂ, ਤਕਰੀਬਨ ਕਹਿੰਦੇ 3 ਲੱਖ ਕਰੋੜ ਦੇ ਕਰੀਬ ਕਰਜ਼ਾ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਸਿਰ ਤੇ ਚੜ੍ਹ ਜਾਣਾ। ਜ਼ਰੂਰਤ ਕਿਉਂ ਪੈਂਦੀ ਹੈ? ਵਿਕਾਸ ਦੇ ਨਾਮ ਦੇ ਉੱਤੇ ਜਦੋਂ ਤੁਸੀਂ ਦੇਖਦੇ ਹੋ ਕਿ ਸਰਕਾਰਾਂ ਨੂੰ ਕਰਜ਼ਾ ਲੈਣਾ ਪੈਂਦਾ, ਬੈਂਕਾਂ ਤੋਂ ਕਰਜ਼ਾ ਲੈਂਦੇ ਨੇ ਬੈਂਕ ਸਰਕਾਰਾਂ, ਤੇ ਉਸ ਤੋਂ ਬਾਅਦ ਉਸ ਸਮੇਂ ਦੌਰਾਨ ਉਸ ਦੀ ਕਰਜ਼ੇ ਦੀ ਜਿਹੜਾ ਵਿਆਜ ਹੈ ਉਹੀ ਇੰਨਾ ਜ਼ਿਆਦਾ ਹੁੰਦਾ ਕਿ ਉਹਨੂੰ ਉਤਾਰਦੇ ਉਤਾਰਦੇ ਪੰਜਾਬ ਹੋਰ ਕਰਜ਼ਈ ਹੁੰਦਾ ਜਾ ਰਿਹਾ। ਇਸ ਤੋਂ ਇਲਾਵਾ ਪੰਜਾਬ ਜਦੋਂ ਅਸੀਂ ਕਹਿੰਦੇ ਹਾਂ ਕਿ ਖੇਤੀ ਪ੍ਰਧਾਨ ਸੂਬਾ ਆ, ਤਾਂ ਇਹਦੇ ਵਿੱਚ ਕਿਸ ਤਰ੍ਹਾਂ ਰੋਲ ਨਿਭਾ ਸਕਦਾ ਸੀ ਪੰਜਾਬ ਦੀ ਅਰਥ ਵਿਵਸਥਾ ਨੂੰ ਸਹੀ ਕਰਨ ਦੇ ਵਿੱਚ। ਜਾਂ ਜਦੋਂ ਫੈਕਟਰੀਆਂ ਦੀ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਉਹ ਫੈਕਟਰੀਆਂ ਜਿਹੜੀਆਂ ਕਿਸੇ ਸਮੇਂ ਪੰਜਾਬ ਦੇ ਵਿੱਚ ਜਿਨ੍ਹਾਂ ਦੀ ਵੱਡੀ ਦੇਣ ਹੁੰਦੀ ਸੀ ਕਿ ਪੰਜਾਬ ਦੇ ਖਜ਼ਾਨੇ ਨੂੰ ਕੋਈ ਕੋਰਾ ਨਹੀਂ ਸੀ ਲੱਗਦਾ, ਪਰ ਹੁਣ ਜਿਹੜੀਆਂ ਉਹ ਫੈਕਟਰੀਆਂ ਪੰਜਾਬ ਦੇ ਵਿੱਚ ਨਹੀਂ। ਇਹਨਾਂ ਸਾਰਿਆਂ ਉੱਤੇ ਅਸੀਂ ਚਰਚਾ ਕਰਾਂਗੇ ਕਿ ਆਖਿਰਕਾਰ ਪੰਜਾਬ ਪੈਰਾਂ ਸਿਰ ਕਿੱਦਾਂ ਹੋ ਸਕਦਾ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪੰਜਾਬਿਸਤਾਨ ਟੀਵੀ ਤੇ। ਸਤਿ ਸ੍ਰੀ ਅਕਾਲ ਸੁਖਿੰਦਰ ਜੀ, ਤੇ ਸਾਰਿਆਂ ਨੂੰ, ਮੇਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਜਦੋਂ ਅਸੀਂ ਗੱਲ ਪੰਜਾਬ ਦੀ ਅਰਥ ਵਿਵਸਥਾ ਦੀ ਕਰਦੇ ਹਾਂ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਉਂ ਪੰਜਾਬ ਲਗਾਤਾਰ ਕਰਜ਼ਈ ਹੁੰਦਾ ਜਾ ਰਿਹਾ ਹੈ? ਇਹ ਅਰਥ ਵਿਵਸਥਾ ਲਗਾਤਾਰ ਡਾਵਾਂਡੋਲ ਕਿਉਂ ਹੋਈ ਹੈ? ਦੇਖੋ ਸੁਖਿੰਦਰ ਜੀ, ਜੇ ਅਸੀਂ ਪੰਜਾਬ ਦੀ ਅਰਥ ਵਿਵਸਥਾ ਨੂੰ ਦੇਖਦੇ ਹਾਂ ਤੇ ਅਸੀਂ ਥੋੜਾ ਜਿਹਾ ਪਹਿਲਾਂ ਪਿਛੋਕੜ ਤੋਂ ਚੱਲੀਏ। ਤੇ ਜੇ 1990 ਦੇ ਸ਼ੁਰੂਆਤੀ ਦੌਰ 'ਚ ਦੇਖੀਏ ਤਾਂ ਪੰਜਾਬ ਇੱਕ ਨੰਬਰ 1 ਸੂਬਾ ਸੀਗਾ। ਇਹ ਫਿਰ 2000 ਤੱਕ ਵੀ 4 ਪੋਜੀਸ਼ਨ ਤੇ ਆਇਆ, ਪਰ ਉਦੋਂ ਬਾਅਦ ਇੱਕਦਮ ਇਹਨਾਂ ਦਾ ਕੀ ਹੋਇਆ ਕਿ ਜਿਹੜਾ ਇਹ ਅੱਜ ਜਿਹੜਾ ਪੰਜਾਬ ਸੂਬਾ ਉਹ 16ਵੇਂ ਨੰਬਰ ਤੇ ਹੈ ਸਾਡਾ। ਇੱਥੇ 1 ਨੰਬਰ ਤੋਂ ਲੈ ਕੇ 16ਵੇਂ ਨੰਬਰ ਤੱਕ ਦਾ ਜਿਹੜਾ ਸਫ਼ਰ ਹੈ ਉਹ ਅਸੀਂ ਤੈਅ ਕੀਤਾ ਹੈ। ਫਿਰ ਜੇ ਦੂਜੇ ਪਾਸੇ ਦੇਖੀਏ, ਜਿਹੜੀ ਸਾਡੀ GDP ਹੈ ਇਸ ਵਕਤ ਉਹ 6,44,000 ਕਰੋੜ ਦੀ ਹੈਗੀ ਹੈ। ਹੁਣ 6,44,000 ਕਰੋੜ ਦੀ ਜਦੋਂ ਮੈਂ GDP ਦੀ ਗੱਲ ਕਰਦਾ ਤਾਂ ਜੇ ਉਹਦੇ ਚ ਪਰ ਕੈਪੀਟਾ GDP ਦੇਖਦੇ ਹਾਂ ਸਟੇਟ ਦੀ, ਤਾਂ ਉਹ ਹੈਗੀ ਹੈ 1,51,000। ਯਾਨੀ ਕਿ ਜੇ ਇਹਨੂੰ ਅਸੀਂ ਗੁਆਂਢੀ ਸੂਬੇ ਨਾਲ, ਹਰਿਆਣੇ ਨਾਲ ਵੀ ਲਾਈਏ, ਤਾਂ ਜਿਹੜੇ ਹਰਿਆਣੇ ਦੇ ਲੋਕ ਹੈ ਉਹ ਸਾਡੇ ਨਾਲੋਂ 1.5 ਗੁਣਾ ਅਮੀਰ ਹਨ। ਇਹਦੇ ਚ ਇੰਨਾ ਫਰਕ ਆ ਗਿਆ। ਹੁਣ ਇਹ ਜਿਹੜੀ GDP ਹੈਗੀ ਹੈ ਉਹਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਚ 25% ਹਿੱਸਾ, ਜਿਵੇਂ ਗੱਲ ਕੀਤੀ ਸੀ, ਐਗਰੀਕਲਚਰ। ਫਿਰ 25% ਹਿੱਸਾ ਜਿਹੜਾ ਹੈਗਾ ਉਹ ਫੈਕਟਰੀਆਂ ਦਾ, ਤੇ 50% ਜਿਹੜਾ GDP ਚ ਹਿੱਸਾ ਆਉਂਦਾ ਉਹ ਜਿਹੜਾ ਸਰਵਿਸ ਸੈਕਟਰ ਦਾ। ਠੀਕ ਹੈ। ਹੁਣ ਜਦੋਂ ਤੋਂ ਇਹ ਅਸੀਂ ਗੱਲ ਕਰੀਏ, ਦੇਖੋ ਦੋ ਚੀਜ਼ਾਂ ਇਹਦੇ ਚ ਬੜੀਆਂ ਕਲੀਅਰ ਸਾਨੂੰ ਸਮਝਣੀਆਂ ਪੈਣੀਆਂ ਕਿ ਜਿਹੜਾ ਦੋ ਸੈਕਟਰ ਮਨੀ ਜਨਰੇਟ ਕਰਦੇ ਆ, ਕਿ ਆਮਦਨ ਦਾ ਸਰਕਲ ਹੁੰਦਾ, ਉਹ ਖੇਤੀਬਾੜੀ ਹੈਗਾ ਤੇ ਜਿਹੜਾ ਮੈਨੂਫੈਕਚਰਿੰਗ ਸੈਕਟਰ ਹੈ ਉਹਦੇ ਚ ਨਵਾਂ ਪੈਸਾ ਉੱਥੇ ਜਨਰੇਟ ਹੁੰਦਾ। ਜਿਹੜੇ ਸਰਵਿਸ ਸੈਕਟਰ ਹੈ ਉੱਥੇ ਪੈਸਾ ਚੇਂਜ ਕਰਦਾ ਹੈਂਡਸ, ਨਵੀਂ ਸਰਕਲ ਕੋਈ ਜਨਰੇਟ ਨਹੀਂ ਹੁੰਦਾ। ਸੋ ਉਹ ਤਾਂ ਨਿਰਭਰ ਹੈਗਾ ਇਹਨਾਂ ਦੋਨਾਂ ਤੇ। ਯਾਨੀ ਕਿ ਜੇ GDP ਦਾ ਮੈਂ ਕੱਢ ਲਾਂ ਕਿ 6,44,000 ਕਰੋੜ ਦੀ GDP ਹੈਗੀ ਹੈ ਪੰਜਾਬ ਦੀ, ਤਾਂ ਉਹਦੇ ਚੋਂ 1,61,000 ਕਰੋੜ ਤਕਰੀਬਨ ਐਗਰੀਕਲਚਰ ਦਾ ਬਣਦਾ। ਇੰਨਾ ਕੀ ਇਹਦਾ ਬਣਦਾ। ਹੁਣ ਜੇ ਪਿਛਲੇ ਸਮੇਂ 'ਚ ਅਸੀਂ ਥੋੜਾ ਜਿਹਾ ਪਿੱਛੇ ਹੱਥ ਮਾਰੀਏ, ਪਿਛਲੇ 15 ਸਾਲਾਂ ਦਾ ਜੇ ਅਸੀਂ ਅਸੈਸ ਕਰਦੇ ਹਾਂ, ਤੇ ਪੰਜਾਬ ਚੋਂ ਫਾਰਮਾਸਿਊਟੀਕਲ ਇੰਡਸਟਰੀ, ਗਾਰਮੈਂਟ ਇੰਡਸਟਰੀ, ਠੀਕ ਹੈ, ਜਿਹੜੀ ਵੂਲਨ ਦੀ, ਇਹ ਕਾਫੀ ਜਿਹੜੀਆਂ ਸਾਨੂੰ ਪੰਜਾਬ ਚੋਂ ਬਾਹਰ ਮੂਵ ਹੋਈਆਂ। ਫਾਰਮਾਸਿਊਟੀਕਲ ਦਾ ਤੁਸੀਂ ਦੇਖ ਲਓ, ਸਾਡੇ ਗੁਆਂਢੀ ਰਾਜ ਹਿਮਾਚਲ ਜੀ ਬੱਦੀ ਦੇ ਵਿੱਚ ਕਿੰਨੇ ਵੱਡੇ ਯੂਨਿਟ ਬਣ ਗਏ ਹੈਗੇ, ਸਾਰਾ ਉੱਥੇ ਹੱਬ ਲੱਗ ਗਿਆ ਪੰਜਾਬ ਛੱਡ ਕੇ। ਉਧਰੋਂ ਜੇ ਅਸੀਂ ਇਧਰੋਂ ਦੇਖਦੇ ਹਾਂ ਤਾਂ ਇਹ ਜ਼ਿਆਦਾ ਗਾਰਮੈਂਟ ਵਾਲੇ ਚਲੇ ਗਏ ਮੱਧ ਪ੍ਰਦੇਸ਼। ਜਿਹੜੇ ਖਿਡੌਣਿਆਂ ਦਾ ਕਾਰੋਬਾਰ ਸੀ ਸਾਡਾ ਜਾਂ ਸਾਈਕਲ ਇੰਡਸਟਰੀ ਸੀ, ਉਹਨੂੰ ਲੈ ਬੈਠਾ ਚਾਈਨਾ। ਸੋ ਸਾਨੂੰ ਇਹ ਸਮਝਣਾ ਪੈਣਾ ਹੈ ਕਿ ਅਸੀਂ ਇਹਨੂੰ ਕਿਵੇਂ ਤੇ ਕਿੱਦਾਂ ਇਹ ਜਿਹੜੀਆਂ ਬਾਹਰ ਜਾ ਰਹੀਆਂ ਹੈਗੀਆਂ ਤੇ ਅਸੀਂ ਇਹਨੂੰ ਰੋਕੀਏ। ਦੂਜੀ ਗੱਲ ਹੈਗੀ ਹੈ ਕਿ ਜਿਹੜਾ ਹੁਣ ਤੱਕ ਸਿਸਟਮ ਚੱਲਦਾ ਆਇਆ, ਉਹ ਚੱਲਦਾ ਹੈ ਖੇਤੀਬਾੜੀ ਕਰਕੇ ਚੱਲੀ ਜਾ ਰਿਹਾ, ਸਰਕਲ ਅਜੇ ਚੱਲਦਾ ਰਿਹਾ ਕਿਉਂਕਿ ਖੇਤੀਬਾੜੀ ਦੀ ਆਮਦਨ ਆ ਰਹੀ ਸੀਗੀ। ਹੁਣ ਜਿਹੜੇ ਆ ਕਾਨੂੰਨ ਆਏ ਹੈ, ਇਹਨਾਂ ਨਾਲ ਜੇ ਔਸਤਨ ਗੱਲ ਕਰਦੇ ਹਾਂ ਅਸੀਂ, ਜੇ ਸਾਡੀ ਇੱਕ ਫਸਲ 80,000 ਕਰੋੜ ਦੀ ਆਉਂਦੀ ਹੈ ਤਕਰੀਬਨ, ਤਾਂ ਉਹਦੇ ਚੋਂ ਇਹਨਾਂ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਉਹ 60,000 ਕਰੋੜ ਦੀ ਰਹੇ। 20,000 ਕਰੋੜ ਉੱਥੇ ਘਟਿਆ।
ਹੁਣ ਆਮ ਤੌਰ ਤੇ ਇਹ ਲੋਕਾਂ ਨੂੰ ਲੱਗਦਾ ਹੈ ਕਿ ਇਹ ਤਾਂ ਕਿਸਾਨਾਂ ਦੀ ਆਮਦਨ ਘਟੀ। ਇਹ ਕਿਸਾਨਾਂ ਦੀ ਜਾਂ ਕਿਸਾਨੀ ਨਾਲ ਜੁੜੇ ਵਪਾਰੀਆਂ ਦੀ ਨਹੀਂ ਕੱਲੀ ਘਟੀ, ਇਹਨੇ ਸਾਰਿਆਂ ਤੇ ਫਰਕ ਪਾਉਣਾ ਹੈ। ਕਿਸਾਨੀ ਦੀ ਲੇਬਰ ਤੇ ਠੀਕ ਹੈ, ਕਿਸਾਨ ਦੇ ਵਪਾਰੀਆਂ ਤੇ ਘਟੀ ਹੈ, ਪਰ ਜਦੋਂ ਪੈਸਾ ਟੋਟਲ ਦੇ ਵਿੱਚ ਮਾਰਕੀਟ 'ਚ ਹੀ ਘਟੂਗਾ, ਖਰਚਣਾ ਤਾਂ ਇਹਨਾਂ ਲੋਕਾਂ ਨੇ ਹੀ ਹੈ ਨਾ ਪੈਸਾ, ਤਾਂ ਉਹਦੇ ਨਾਲ ਜੇ ਪੈਸਾ ਖਰਚਾ ਨੂੰ ਘੱਟ ਹੋਊਗਾ ਤੇ ਸਾਰੇ ਸਰਕਲ ਤੇ ਹੀ ਫਰਕ ਪਊਗਾ। ਜਿਹੜੇ ਲੋਕ ਵਪਾਰ ਕਰ ਰਹੇ ਆ ਉਹਨਾਂ ਦੇ ਵਪਾਰ ਤੇ ਉਹਨਾਂ ਦੀਆਂ ਚੀਜ਼ਾਂ ਘੱਟ ਵਿਕਣਗੀਆਂ ਤਾਂ ਉਹ ਸਾਰਾ ਅਰਥ ਵਿਵਸਥਾ ਢਾਂਚਾ ਖੜੇਗਾ। ਇਹਦੇ ਨਾਲ ਸਰਵਿਸ ਸੈਕਟਰ ਤੇ ਹੀ ਫਰਕ ਪੈਣਾ, ਕਿਉਂਕਿ ਬੈਂਕਿੰਗ ਚੱਲਣੀ ਹੈ, ਹੋਰ ਚੱਲਣਾ, ਤਾਂ ਉਹ ਇਹਨਾਂ ਚੀਜ਼ਾਂ ਤੇ ਹੀ ਚੱਲਦਾ ਨਾ ਕਿ ਪੈਸਾ ਆਊਗਾ ਸਰਕਲ ਦੇ ਵਿੱਚ ਤੇ ਪੈਸਾ ਅੱਗੋਂ ਘੁੰਮੇਗਾ ਸਰਵਿਸ ਸੈਕਟਰ ਦੇ ਵਿੱਚ। ਤਾਂ ਉਹਦੇ ਤੇ ਇਹ ਜਿਹੜਾ ਹੈਗਾ, ਇਹਨੂੰ ਅਸੀਂ ਦੋ ਚੀਜ਼ਾਂ ਦੇ ਉੱਤੇ ਖਾਸ ਕਰਕੇ ਸਾਨੂੰ ਕੇਂਦਰਿਤ ਕਰਨਾ ਪੈਣਾ। ਹੁਣ ਤੁਸੀਂ ਇਹ ਦੇਖੋ ਕਿ ਪੰਜਾਬ ਅਸੀਂ ਕਹਿੰਦੇ ਹਾਂ ਕਿ ਸਭ ਤੋਂ ਪ੍ਰੋਡਕਟਿਵ ਸਟੇਟ ਹੈ ਫੂਡ 'ਚ, ਠੀਕ ਹੈ, ਐਗਰੀਕਲਚਰ ਦੇ ਵਿੱਚ, ਪਰ ਫਿਰ ਵੀ ਸਾਡੇ 8.26% ਲੋਕ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਹੈਗੇ ਆ, ਠੀਕ ਹੈ। ਬੇਰੁਜ਼ਗਾਰੀ ਦੀ ਦਰ ਜਿਹੜੀ ਪੰਜਾਬ 'ਚ ਹੈ ਉਹ 8.9% ਤੇ ਹੈਗੀ ਹੈ। ਹੁਣ ਇਹਨੇ ਸਾਰੇ ਨੇ ਅਰਥ ਵਿਵਸਥਾ ਨੂੰ ਤਾਂ ਢਾਹ ਲਾਉਣੀ ਹੈ ਨਾ ਜੀ। ਬਿਲਕੁਲ ਡਾਕਟਰ ਸਾਹਿਬ, ਜਦੋਂ ਤੁਸੀਂ ਗੱਲ ਕਰਦੇ ਹੋ ਕਿ ਪੰਜਾਬ ਦੇ ਵਿੱਚ ਜਿਹੜਾ ਇੰਡਸਟਰੀ ਹੈ ਉਹ ਲਗਾਤਾਰ ਬਾਹਰ ਪਲਾਇਨ ਹੁੰਦੀ ਜਾ ਰਹੀ ਹੈ, ਅੱਜ ਵੀ ਜਿਹੜਾ ਪੰਜਾਬ ਆਉਣ ਦੇ ਲਈ ਕੋਈ ਤਿਆਰ ਨਹੀਂ ਹੁੰਦਾ, ਜਾ ਕੇ ਮਿਹਨਤਾਂ ਸਰਕਾਰਾਂ ਨੂੰ ਕੱਢਣੀਆਂ ਪੈਂਦੀਆਂ, ਇਹਦੇ ਵਿੱਚ ਸਰਕਾਰਾਂ ਦਾ ਰੋਲ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਮੈਂ ਜੋ ਸਰਕਾਰਾਂ ਦਾ ਰੋਲ ਇਹਦੇ 'ਚ ਦੇਖਦਾ ਹੈਗਾ ਕਿ ਜਿਹੜੀ ਵੀ ਸਰਕਾਰ ਪੰਜਾਬ ਦੇ ਵਿੱਚ ਬਣਦੀ ਹੈ ਉਹਦਾ ਫੋਕਸ ਹੁੰਦਾ ਹੈ ਬੰਬਈ ਜਾਣ ਦਾ। ਜਦੋਂ ਸਰਕਾਰ ਬਣੀ ਉਹਨਾਂ ਨੇ ਬੰਬਈ ਵੱਲ ਭੱਜਣਾ, ਵੱਡੇ ਇੰਡਸਟਰੀਅਲਿਸਟ ਵੱਲ ਭੱਜਣਾ, ਉਹਨਾਂ ਦੇ ਮਗਰ ਜਾ ਕੇ ਉਹਨਾਂ ਦੇ ਕਰਕੇ ਈਵਨ ਡਿਫਰੈਂਟ ਤਰ੍ਹਾਂ ਦੇ ਐਸਪੈਕਟਸ ਰੱਖਣੇ, ਜਿਹੜੇ ਸੈਮੀਨਾਰਸ ਮਾਰਕੀਟਿੰਗ ਦੇ, ਤਾਂ ਕਿ ਉਹ ਇੱਥੇ ਆਉਣ। ਤੇ ਪਰ ਅੱਜ ਤੱਕ ਕੋਈ ਵੀ ਵੱਡੀ ਇੰਡਸਟਰੀਅਲਿਸਟ ਆਇਆ ਨਹੀਂ। ਤੇ ਬਜਾਏ ਇਹਦੇ ਕਿਉਂ ਨਹੀਂ ਅਸੀਂ ਜਿਹੜੇ ਛੋਟੇ MSME ਕਾਰਖਾਨੇ ਹੈਗੇ ਆ ਉਹਨਾਂ ਤੇ ਹੀ ਫੋਕਸ ਕਰ ਲਈਏ। ਹੁਣ ਜੇ ਮੈਂ ਤੁਹਾਨੂੰ ਉਦਾਹਰਨ ਦੇਵਾਂ ਕਿ 2019 ਦਸੰਬਰ ਦੀ ਰਿਪੋਰਟ ਹੈ ਟ੍ਰਿਬਿਊਨ ਦੀ, ਉਹਦੇ ਵਿੱਚ ਸੀਗਾ ਕਿ 7198 ਜਿਹੜੇ ਹੈਗੇ ਆ ਕਾਰਖਾਨੇ ਛੋਟੇ MSME ਦੇ, ਛੋਟੇ ਤੇ ਮੱਧਮ ਵਰਗ ਦੇ, ਉਹ ਬੰਦ ਹੋਏ। ਹੁਣ ਉਹ ਬੰਦ ਹੋਣ ਦਾ ਕਾਰਨ ਸੀਗਾ ਕਿ ਟੋਟਲ ਕਰਜ਼ਾ ਉਹਨਾਂ ਸਿਰਫ 1500 ਕਰੋੜ ਦਾ ਸੀ। ਟੋਟਲ 7198 ਬੰਦ ਹੋਏ, ਕਰਜ਼ਾ ਤਕਰੀਬਨ 1500 ਕਰੋੜ ਦਾ ਸੀਗਾ। ਹੁਣ ਅਸੀਂ ਉਹਦੇ ਚੋਂ ਦੇਖੀਏ ਕਿ ਉਹਦੇ ਚੋਂ ਕਿਹੜੇ ਰੀਅਸੈਸਿਬਿਲਿਟੀ ਉਹਦੀ ਕਰੀਏ ਕਿ ਕਿਉਂ ਉਹ ਥੱਲੇ ਜਾ ਰਹੇ ਆ। ਸਾਰਿਆਂ ਨੂੰ ਅਸੀਂ ਰਿਕਵਰੀ ਵਾਲੇ ਪਾਸੇ ਲਾਈ ਜਾਂਦੇ ਆ, ਅਸੀਂ ਇਹਦੀ ਰੀਕਲਾਈਜੇਸ਼ਨ ਵੀ ਤਾਂ ਕਰ ਸਕਦੇ ਆ ਨਾ। ਵੱਡੇ ਆ ਨਹੀਂ ਰਹੇ, ਇਹ ਅਸੀਂ ਦੇਖ ਲਿਆ। ਹੁਣ ਸਰਕਾਰ ਨੇ ਉੱਥੇ ਬੜੇ ਸੈਮੀਨਾਰ ਵੀ ਕੀਤੇ, ਮਾਰਕੀਟਿੰਗ ਦੇ ਕਮਿਊਨੀਕੇਸ਼ਨ ਵੀ ਕਰਾਏ, ਜਿੱਥੇ ਵੱਡੇ ਬੰਦਿਆਂ ਨੂੰ ਸੱਦਿਆ, ਆ ਕੇ ਉੱਥੇ ਫੋਰਮ ਤੇ ਕਹਿ ਜਾਂਦੇ ਵੀ ਵਿਲ ਸੀ ਟੂ ਇਟ, ਬਟ ਕਿੰਨਿਆਂ ਨੇ ਇਨਵੈਸਟਮੈਂਟ ਕੀਤੀ। ਪਰ ਤੁਸੀਂ ਆਪਣਾ ਗਰਾਊਂਡ ਟਰੈਵਲ ਦੇਖੋ ਕਿ ਅਸੀਂ ਜਿਹੜੇ ਵੱਡੇ ਨਹੀਂ ਆ ਰਹੇ, ਛੋਟਿਆਂ ਨੂੰ ਜਾਈਏ। ਹੁਣ ਛੋਟਿਆਂ ਦੀ ਠੀਕ ਹੈ 1500 ਕਰੋੜ ਹੈ, ਤੁਸੀਂ ਉਹਦੇ ਚੋਂ ਸਾਰਿਆਂ ਨੂੰ ਦੇਖੋ ਕਿ ਕਿਹਦੀ ਰੀਅਸੈਸਿਬਿਲਿਟੀ ਹੈਗੀ ਹੈ, ਕਿਹਦਾ ਕੀ ਕੰਮ ਹੈ, ਕਿਹਨੂੰ ਹੈ, ਉਹਦੇ ਹਿਸਾਬ ਨਾਲ ਫਿਰ ਤੁਸੀਂ ਇਹਦੀ ਇੱਕ ਮਾਰਕੀਟਿੰਗ ਪਲਾਨ ਬਣਾ ਕੇ ਦਿਓ। ਹੁਣ ਡਾਇਰੈਕਟਰ ਸਮਾਲ ਸਕੇਲ ਇੰਡਸਟਰੀ ਦਾ ਦਫ਼ਤਰ ਹੈਗਾ, ਹੋਰ ਏਦਾਂ ਦੇ ਹੈਗੇ ਜਿਨ੍ਹਾਂ 'ਚ ਬੜੇ ਕਲਸਟਰਸ ਵੀ ਬਣਾਏ ਆ, ਹੋਰ ਹੈ, ਉਹਦੀ ਆਊਟਪੁੱਟ ਦੇਖੋ ਕਿ ਉਹਨਾਂ ਨੂੰ ਰੇਟ ਕਰੀਏ। ਅਸੀਂ ਪੰਜਾਬ 'ਚ ਇੱਕ ਬੜਾ ਵੱਡਾ ਜਿਹੜਾ ਗੈਪ ਹੈਗਾ, ਐਗਰੀਕਲਚਰ ਬਹੁਤ ਹੈ ਪਰ ਗੈਪ ਕੀ ਹੈ, ਐਗਰੋ ਬੇਸਡ ਇੰਡਸਟਰੀ ਦਾ, ਠੀਕ ਹੈ, ਐਗਰੋ ਪ੍ਰੋਸੈਸਿੰਗ ਇੰਡਸਟਰੀ ਨਹੀਂ ਹੈਗੀ ਪੰਜਾਬ। ਕਿਉਂ ਨਹੀਂ? ਜਿਹੜੇ ਇੱਧਰ ਯੂਨਿਟ ਨਹੀਂ ਚੱਲਦੇ, ਚਾਹੇ ਉਹ ਕੰਪੀਟੀਸ਼ਨ ਕਰਕੇ ਹੋ ਗਿਆ, ਕਿਸੇ ਕਰਕੇ ਹੋ ਗਿਆ, ਉਹਨਾਂ ਨੂੰ ਥੋੜੀ ਬਹੁਤੀ ਮਦਦ ਕਰਕੇ ਅਸੀਂ ਉਹਨਾਂ ਨੂੰ ਐਗਰੋ ਪ੍ਰੋਸੈਸਿੰਗ ਵੱਲ ਲੈ ਕੇ ਆਏ। ਐਗਰੋ ਬੇਸਡ ਜਿਹੜੀਆਂ ਇੰਡਸਟਰੀਜ਼ ਹੈਗੀਆਂ, ਸਾਨੂੰ ਉਹ ਐਗਰੋ ਪ੍ਰੋਸੈਸਿੰਗ ਇੰਡਸਟਰੀ ਜ਼ਿਆਦਾ ਵਧਾਉਣੀ ਚਾਹੀਦੀ ਹੈਗੀ ਹੈ, ਕਿਉਂਕਿ ਐਗਰੋ ਪ੍ਰੋਸੈਸਿੰਗ ਇੰਡਸਟਰੀ ਨਾਲ ਸਾਡਾ ਐਗਰੀਕਲਚਰ ਦੀ ਆਊਟਪੁੱਟ ਉਧਰ ਖਪਤ ਹੋਏਗੀ, ਠੀਕ ਹੈ। ਜਿਹੜੀ ਅੱਜ ਸਾਨੂੰ ਫੂਡ ਸਰਪਲਸ ਕਹਿੰਦੇ ਆ ਜੀ, ਸਰਪਲਸ ਹੈ ਸਾਡੀ, ਉਧਰ ਡਿਮਾਂਡ ਵਧੂਗੀ। ਦੂਜੀ ਗੱਲ ਹੈ, ਜਿਹੜੀਆਂ ਕਈ ਯੂਨਿਟਸ ਲੱਗਣਗੇ ਉਹਦੇ ਨਾਲ ਜਿਹੜਾ ਹੈਗਾ ਸਾਡੀ ਪ੍ਰੋਸੈਸਿੰਗ ਹੋਏਗੀ, ਤੇ ਨਾਲ ਉਹਦੇ ਨਾਲ ਜਿਹੜੇ ਲੋਕਾਂ ਦੀ ਓਵਰਆਲ ਡਿਮਾਂਡ ਵੀ ਪੂਰੀ ਹੋਊਗੀ। ਜਿਹੜੀ ਅਸੀਂ ਬਾਹਰੋਂ ਚੀਜ਼ਾਂ ਇੰਪੋਰਟ ਕਰਦੇ ਆ ਜਾਂ ਹੋਰ ਸੂਬਿਆਂ ਤੋਂ ਲੈ ਕੇ ਆਉਂਦੇ ਆ, ਉਹ ਸਾਡੇ ਕੋਲ ਬਣਨ ਲੱਗ ਜਾਣਗੇ। ਤੁਸੀਂ ਦੇਖੋ ਕਿਸੇ ਟਾਈਮ ਤੇ ਕੈਂਪਾ ਕੋਲਾ ਦੀ ਇੱਕ ਫੈਕਟਰੀ ਹੁੰਦੀ ਸੀ ਲੁਧਿਆਣੇ ਦੇ ਵਿੱਚ, ਅੱਜ ਕੋਕ ਨੇ ਉਹਦੀ ਜਗ੍ਹਾ ਲੈ ਲਈ ਹੈ। ਕੀ ਅਸੀਂ ਇਹ ਚੀਜ਼ਾਂ ਨੂੰ ਦੁਬਾਰਾ ਬਿਲਡ ਨਹੀਂ ਕਰ ਸਕਦੇ? ਹੁਣ ਜੇ ਮੈਂ ਗੱਲ ਕਰਦਾ ਕਿ ਇੱਕ ਵੱਡੀ ਇੰਡਸਟਰੀ ਤੁਸੀਂ ਲੈ ਕੇ ਆਉਨੇ ਹੋ, ਵੱਡੀ ਇੰਡਸਟਰੀ ਲੈ ਕੇ ਆਉਣ ਨਾਲ ਹੋ ਸਕਦਾ 3000 ਤੋਂ 5000 ਬੰਦੇ ਇੰਪਲੋਏ ਹੋ ਜਾਣ, ਬਟ ਉਹ ਇੱਕ ਹੈ। ਜੇ ਤੁਸੀਂ 7000 ਦੀ ਜਗ੍ਹਾ ਤੇ 5000 ਵੀ ਬਚਾ ਲਈਆਂ ਇੰਡਸਟਰੀਜ਼, 5000 ਤੁਸੀਂ ਕਾਰਖਾਨੇ ਬਚਾਏ,
5000 5 ਬੰਦੇ ਵੀ ਇੰਪਲੋਏ ਕਰਨ ਜੀ ਤੇ ਉਹਨੂੰ ਮਲਟੀਪਲਾਈ ਕਰ ਲਓ, 25000 ਬੰਦਾ ਤੁਹਾਡਾ ਇੰਪਲੋਇਮੈਂਟ ਜਨਰੇਟ ਹੋ ਗਿਆ। ਉਹਦੀ ਉਹ ਚੀਜ਼ ਬਣ ਗਈ। ਮਤਲਬ ਉਹਦੇ ਨਾਲੋਂ ਕਿਤੇ ਜ਼ਿਆਦਾ ਸਾਨੂੰ ਬੈਨੀਫੀਸ਼ੀਅਲ ਇਹ ਹੈ। ਸੋ ਜਿਹੜੀ ਮੈਂ ਗੱਲ ਕੀਤੀ ਸੀ ਡਾਇਰੈਕਟਰ ਸਮਾਲ ਸਕੇਲ ਇੰਡਸਟਰੀ ਦੀ, ਸੋ ਉਹ ਇਹ ਵੀ ਟੈਪ ਕਰਨ ਕਿ ਜਿਹੜੀਆਂ ਇੰਡਸਟਰੀਜ਼ ਸਾਈਕਲ ਦੇ ਵਿੱਚ ਨਹੀਂ ਚੱਲਦੀਆਂ, ਹੋਰ ਚੱਲਦੀਆਂ, ਉਹਨਾਂ ਨੂੰ ਡਾਇਵਰਸਿਫਾਈ ਕਰਾ ਕੇ ਉਹ ਪ੍ਰੋਡਕਟਸ ਬਣਵਾਏ ਜਾਣ ਜਿਨ੍ਹਾਂ ਦੀ ਸਾਡੀ ਲੋਕਲ ਡਿਮਾਂਡ ਹੈਗੀ ਹੈ। ਜਿਹੜੀਆਂ ਅਸੀਂ ਚੀਜ਼ਾਂ ਬਾਹਰੋਂ ਇੰਪੋਰਟ ਕਰਦੇ ਹਾਂ ਉਹ ਇੱਥੇ ਲੋਕਲਾਈਜ਼ ਬਣਵਾਈਆਂ ਜਾਣ। ਕਿਉਂ ਨਹੀਂ ਅਸੀਂ ਬਣਾ ਸਕਦੇ? ਜਿਹਦੇ ਨਾਲ ਸਾਡੀ ਅਰਥ ਵਿਵਸਥਾ ਨੂੰ ਹੁਲਾਰਾ ਮਿਲੇਗਾ, ਸਾਡੀ ਬੇਰੁਜ਼ਗਾਰੀ ਦੂਰ ਹੋਏਗੀ, ਲੋਕਾਂ ਦੀ ਜੇਬ 'ਚ ਪੈਸਾ ਆਏਗਾ। ਡਾਕਟਰ ਸਾਹਿਬ, ਸਰਕਾਰਾਂ ਇਸ ਪਾਸੇ ਵੱਲ ਹੱਥ ਕਿਉਂ ਨਹੀਂ ਅਜਮਾਉਂਦੀਆਂ? ਕਿਉਂ ਵੱਡੇ ਇੰਡਸਟਰੀਅਲਿਸਟ ਜਿਹੜੇ ਨੇ ਉਹਨਾਂ ਵੱਲ ਦੇਖਣਾ ਪੈਂਦਾ? ਜਿਵੇਂ ਤੁਸੀਂ ਕਿਹਾ ਕਿ ਮੁੰਬਈ ਜਾ ਕੇ ਉੱਥੋਂ ਸੱਦਣਾ ਪੈਂਦਾ ਅਡਾਨੀ ਅੰਬਾਨੀ ਵਰਗਿਆਂ ਨੂੰ, ਉਹਨਾਂ ਨੂੰ ਕਹਿਣਾ ਪੈਂਦਾ ਕਿ ਸਾਡੇ ਇੱਥੇ ਪੰਜਾਬ ਦੇ ਵਿੱਚ ਤੁਸੀਂ ਕੋਈ ਇਹੋ ਜਿਹਾ ਪ੍ਰੋਜੈਕਟ ਲਾਓ ਜਿਹਦੇ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ। ਜੇ ਹੁਣ ਸਰਕਾਰ ਕਹਿੰਦੀ ਹੈ ਕਿ ਅਸੀਂ ਘਰ ਘਰ ਰੋਜ਼ਗਾਰ ਦੇਣ ਦੇ ਲਈ ਤਿਆਰ ਹਾਂ, ਅਸੀਂ ਘਰ ਘਰ ਰੋਜ਼ਗਾਰ ਦੇਣਾ ਚਾਹੁੰਦੇ ਹਾਂ, ਤਾਂ ਉਹ ਵੀ ਤਾਂ ਇੱਕ ਮਿਸਾਲ ਬਣ ਸਕਦੀ ਹੈ ਕਿ ਸਰਕਾਰਾਂ ਇਸ ਪਾਸੇ ਵੱਲ ਹੱਥ ਅਜਮਾਉਣ। ਫੂਡ ਪ੍ਰੋਸੈਸਿੰਗ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਹਰ ਕੁਝ ਇਹ ਤਾਂ ਨਹੀਂ ਕਿ ਵੱਡੇ ਵੱਡੇ ਸਾਈਲੋ ਬਣਾ ਕੇ ਅੰਬਾਨੀ ਅਡਾਨੀ ਨੂੰ ਲਾਹਾ ਮਿਲੇ, ਸਰਕਾਰਾਂ ਨੂੰ ਵੀ ਹੋ ਸਕਦਾ, ਲੋਕਾਂ ਨੂੰ ਵੀ ਹੋ ਸਕਦਾ, ਰੋਜ਼ਗਾਰ ਵੀ ਵੱਧ ਸਕਦਾ। ਦੇਖੋ ਇਹੀ ਚੀਜ਼ ਹੈਗੀ ਹੈ ਅੱਜ ਜਿਹੜੀ ਲੋੜ ਹੈ ਨਾ। ਹੁਣ ਜੇ ਤੁਸੀਂ ਥੋੜਾ ਜਿਹਾ ਦੇਖੋ, ਸਾਨੂੰ ਜਿਹੜੀ ਹੈ ਨਾ ਪੰਜਾਬੀ ਸੋਚ ਕੀ ਹੋ ਚੁੱਕੀ ਹੈ ਕਿ ਸਾਨੂੰ ਬਾਹਰਲੀਆਂ ਤੇ ਵੱਡੀਆਂ ਚੀਜ਼ਾਂ ਬੜੀਆਂ ਫੈਸੀਨੇਟ ਕਰਦੀਆਂ ਕਿ ਇਹ ਬਹੁਤ ਵੱਡਾ, ਜਿੰਨਾ ਵੱਡਾ ਬੰਦਾ ਓਨਾ ਸਾਨੂੰ ਜ਼ਿਆਦਾ ਚੰਗਾ ਲੱਗੇਗਾ। ਇਹ ਛੋਟੇ ਬੰਦੇ ਜਿੰਨਾ ਮਰਜ਼ੀ ਵੀ ਕੈਲੀਬਰ ਹੋਵੇ, ਪਰ ਇੱਕ ਸੋਚ ਬਣ ਚੁੱਕੀ ਹੈ, ਠੀਕ ਹੈ ਨਹੀਂ, ਕਿ ਅਸੀਂ ਜਿਹੜਾ ਉਸ ਤਰੀਕੇ ਨਾਲ ਉਹੀ ਤਰੀਕਾ ਸਰਕਾਰਾਂ ਨੂੰ ਲੱਗਦਾ ਹੈ ਕਿ ਅਸੀਂ ਉੱਥੇ ਜਾਵਾਂਗੇ, ਉਹਨਾਂ ਨਾਲ ਮੀਟਿੰਗਾਂ ਕਰਾਂਗੇ ਤੇ ਉਹ ਚੀਜ਼ ਸਾਡੀ ਜਿਹੜੀ ਵੋਟਰਾਂ ਕੋਲੇ ਜਾਏਗੀ। ਇਹ ਬਹੁਤ ਮਿਹਨਤ ਕਰ ਰਹੇ ਹੈਗੇ ਆ, ਠੀਕ ਹੈ। ਇਹਦੇ ਚ ਇਹ ਨਹੀਂ ਕਿ ਜੇ ਅਸੀਂ ਦੂਜੇ ਪਾਸੇ ਆ ਜਾਈਏ, ਅਸੀਂ ਲੋਕਾਂ ਨੂੰ ਐਕਚੁਅਲ ਆਂਸਰ ਕਰਕੇ ਦੇ ਦਈਏ। ਹੁਣ ਜੇ ਘਰ ਘਰ ਰੋਜ਼ਗਾਰ ਯੋਜਨਾ, ਹੁਣ ਪਹਿਲੀ ਗੱਲ ਮੈਂ ਇੱਥੇ ਛੋਟੀ ਜਿਹੀ ਗੱਲ ਤੁਹਾਡੇ ਚ ਐਡ ਕਰਨਾ ਚਾਹੂੰਗਾ ਕਿ ਇਹ ਚੀਜ਼ ਸਾਨੂੰ ਵੀ ਸਮਝਣੀ ਚਾਹੀਦੀ ਹੈ ਕਿ ਜਦੋਂ ਕੋਈ ਕਹਿ ਦਿੰਦਾ ਘਰ ਘਰ ਰੋਜ਼ਗਾਰ ਦੇਵਾਂਗੇ ਜਾਂ ਕੋਈ ਕਹਿ ਦਿੰਦਾ 20 ਲੱਖ ਨੌਕਰੀਆਂ ਦੇਵਾਂਗੇ, ਉਹਦੇ ਵਿੱਚ ਅਸੀਂ ਵੀ ਐਨਾਲਿਸਿਸ ਕਰਕੇ ਪੁੱਛੀਏ ਨਾ ਭਾਈ ਤੁਸੀਂ ਕਿੱਦਾਂ ਦਿਓਗੇ ਇਹ 20 ਲੱਖ ਨੌਕਰੀਆਂ? ਘਰ ਘਰ ਰੋਜ਼ਗਾਰ ਦੀ ਯੋਜਨਾ ਕੀ ਹੈ? ਕਿਸ ਤਰੀਕੇ ਨਾਲ, ਕਿੰਨੇ ਸਮੇਂ ਦੇ ਵਿੱਚ ਕਿੰਨੀ ਹੋਣਗੀ, ਕਿੰਨੀਆਂ ਪ੍ਰਾਈਵੇਟ, ਕਿੰਨੀਆਂ ਸਰਕਾਰੀ, ਕਿੰਨੀਆਂ ਤੁਸੀਂ ਜੌਬਸ ਕ੍ਰੀਏਟ ਕਰੋਗੇ, ਕਿਸ ਤਰੀਕੇ ਨਾਲ ਕ੍ਰੀਏਟ ਕਰੋਗੇ, ਠੀਕ ਹੈ ਨਾ। ਹੁਣ ਇਹਦਾ ਪੀਰੀਅਡ ਵੀ ਤਾਂ ਹੋਣਾ ਚਾਹੀਦਾ ਹੈ ਨਾ ਕਿ ਜੇ ਮੈਂ 20 ਲੱਖ ਜਾਂ ਮੈਂ ਘਰ ਘਰ ਰੋਜ਼ਗਾਰ ਯੋਜਨਾ ਕ੍ਰੀਏਟ ਕਰਨੀ ਹੈ ਤਾਂ ਮੈਂ 1 ਸਾਲ 'ਚ ਇੰਨੇ ਲੋਕ ਇੰਨੀ ਟਾਈਮ ਦੇ ਵਿੱਚ ਕਰਾਊਂਗਾ, ਠੀਕ ਹੈ। ਉਹਦੇ 'ਚ ਵੇਰੀਏਬਿਲਿਟੀ ਹਮੇਸ਼ਾ ਹੁੰਦੀ ਹੈ ਡਾਟੇ, ਪਰ ਇਹ ਤਾਂ ਨਹੀਂ ਵੀ ਤੁਸੀਂ ਅਖੀਰਲੇ ਸਾਲ ਤੱਕ ਲਈ ਆਓ, ਅਖੀਰਲੇ ਸਾਲ 'ਚ ਤੁਸੀਂ ਕਹੋ ਜਦੋਂ ਵੋਟਾਂ ਫੇਰ ਆ ਜਾਂਦੀਆਂ ਉਦੋਂ ਸਰਕਾਰੀ ਨੌਕਰੀਆਂ ਕੱਢ ਦਿਓ, ਠੀਕ ਹੈ। ਉਦੋਂ ਪਹਿਲਾਂ ਸਾਡੇ ਕੋਲ ਪੈਸਾ ਹੁੰਦਾ ਨਹੀਂ, ਕਿਸੇ ਵੀ ਸਰਕਾਰ ਸਮੇਂ ਦੀ ਸਰਕਾਰ ਦਾ ਇਹੀ ਹਾਲ ਹੈ, ਠੀਕ ਹੈ। ਉਦੋਂ ਪਹਿਲਾਂ ਸਾਡੇ ਕੋਲ ਪੈਸਾ ਨਹੀਂ ਹੁੰਦਾ, ਫਿਰ ਅਖੀਰਲੇ ਸਾਲ 'ਚ ਪੈਸਾ ਕਿੱਥੋਂ ਆਉਂਦਾ? ਅਲਟੀਮੇਟਲੀ ਹੁੰਦਾ ਕੀ ਹੈ ਕਿ ਉਹ ਭਰੀਆਂ ਨਹੀਂ ਜਾਂਦੀਆਂ। ਬਿਲਕੁਲ। ਸੋ ਸਰਕਾਰਾਂ ਨੂੰ ਵੱਡੀਆਂ ਜਿਹੜੇ ਵੱਡੇ ਵੱਡੇ ਫੰਡ ਇਕੱਠੇ ਕਰ ਲਏ ਜਾਂਦੇ ਨੇ, ਆਨਲਾਈਨ ਰਜਿਸਟ੍ਰੇਸ਼ਨ ਹੁੰਦੀ ਆ, ਲੋਕ ਆਪਣਾ ਜਿਹੜਾ ਇੱਕ ਪੋਸਟ ਦੇ ਲਈ ਲੱਖਾਂ ਲੋਕ ਜਿਹੜੇ ਅਪਲਾਈ ਕਰ ਦਿੰਦੇ ਨੇ। ਇੱਕ ਡਾਕਟਰ ਸਾਹਿਬ, ਜਦੋਂ ਅਸੀਂ, ਜੇ ਮੈਂ ਇੱਕ ਵਾਰ ਫਿਰ ਫੂਡ ਪ੍ਰੋਸੈਸਿੰਗ ਦੀ ਗੱਲ ਕਰ ਰਿਹਾ ਸੀਗਾ ਕਿ ਫੂਡ ਪ੍ਰੋਸੈਸਿੰਗ ਦੇ ਵਿੱਚ ਇਹ ਜ਼ਰੂਰੀ, ਕਿੰਨਾ ਕੁ ਜ਼ਰੂਰੀ ਹੋ ਜਾਂਦਾ ਹੈ ਕਿ ਜਿਹੜੇ ਸਾਈਲੋ ਉਹ ਸਿਰਫ ਅੰਬਾਨੀ ਅਡਾਨੀ ਲਾ ਸਕਦੇ ਨੇ, ਜਾਂ ਪਿੰਡਾਂ ਦੇ ਵਿੱਚ ਕੋਈ ਇਹੋ ਜਿਹਾ ਕਿਉਂ ਨਹੀਂ, ਮਤਲਬ ਕਿ ਸੁਸਾਇਟੀ ਪੱਧਰ ਦੇ ਉੱਤੇ, ਪਿੰਡਾਂ ਦੇ ਵਿੱਚ ਸਰਪੰਚਾਂ ਦੇ ਪੱਧਰ ਦੇ ਉੱਤੇ ਜਾਂ ਸਰਕਾਰਾਂ ਦਾ ਸਹਿਯੋਗ ਲੈ ਕੇ ਉਹ ਖੁਦ ਮੁਖਤਿਆਰੀ ਕਿਉਂ ਨਹੀਂ ਹੁੰਦੀ ਕਿ ਅਸੀਂ ਆਤਮ ਨਿਰਭਰ ਹੋ ਕੇ ਅਸੀਂ ਫੂਡ ਪ੍ਰੋਸੈਸਿੰਗ ਆਪੋ ਆਪਣੇ ਪਿੰਡ ਦੇ ਵਿੱਚ ਇੱਕ ਥਾਂ ਤੇ ਇਹੋ ਜਿਹੇ ਸਾਈਲੋ ਲਗਾ ਲਏ ਜਾਣ? ਦੇਖੋ ਇਹ ਜਿਹੜੀ ਪੰਚਾਇਤਾਂ ਹੈ ਉਹ ਪਹਿਲੀ ਗੱਲ ਤਾਂ ਉਸ ਪੋਲੀਟੀਕਲ ਪਾਰਟੀਆਂ ਨੇ, ਉਹ ਮੋਸਟ ਆਫ ਦੀ ਪੰਚਾਇਤ ਜੇ ਤੁਸੀਂ ਦੇਖੋਗੇ ਉਹ ਸਮੇਂ ਦੀ ਸਰਕਾਰ ਦੀ ਹੁੰਦੀ ਹੈ। ਜਿਹੜੀ ਉੱਪਰ ਸਰਕਾਰ ਹੈਗੀ ਆ ਉਹਨਾਂ ਦੀਆਂ ਪੰਚਾਇਤਾਂ, ਠੀਕ ਹੈ, ਉਹਨਾਂ ਨੇ ਉਸੇ ਤਰੀਕੇ ਨਾਲ ਚੱਲਣਾ ਹੈ ਜਿਸ ਤਰ੍ਹਾਂ ਸਰਕਾਰ ਚਲਾਉਂਦਾ, ਉਹ ਉਹਦੇ ਤੋਂ ਬਾਅਦ ਨਹੀਂ। ਦੂਜਾ, ਪੰਚਾਇਤਾਂ ਕੋਲੇ ਤਾਂ ਇੰਨਾ ਜਿਹੜਾ ਪਾਵਰ ਹੀ ਨਹੀਂ ਦਿੱਤੀ ਹੋਈ, ਠੀਕ ਹੈ। ਕਹਿਣ ਨੂੰ ਹੈ ਕਨਸਟੀਟਿਊਸ਼ਨ ਦੇ ਵਿੱਚ ਹੈਗਾ, ਜਿਵੇਂ ਤੋਂ ਬਣੇ ਹੈ, ਪਰ ਦਿੱਤਾ ਕੀ ਹੈ? ਨਾ ਹੀ ਅਸੀਂ ਕਦੇ ਮੰਗਿਆ। ਹੁਣ ਜਿਹੜੀ ਗੱਲ ਕੋਆਪਰੇਟਿਵ ਸੁਸਾਇਟੀਆਂ ਦੀ ਜਾਂ ਤੁਸੀਂ ਕੀਤੀ ਹੈ, ਇਹ ਲੋਕ ਆਪ ਸਮਝਣ, ਜਿਵੇਂ ਕਿਸਾਨ ਯੂਨੀਅਨ ਨਾਲੇ ਲੱਗੇ ਹੈਗੇ ਹੈ, ਕਿਸਾਨ ਇਹ ਚੀਜ਼ਾਂ ਬਣਾਉਣ, ਇਹ ਇੱਧਰ ਬਣਾਉਣ ਕਿ ਅਸੀਂ ਅੱਜ ਇਕੱਠੇ ਹੋ ਕੇ, ਜਿਵੇਂ ਅੱਜ ਸਾਰੇ ਇਕੱਠੇ ਹੋ ਕੇ ਉੱਥੇ ਬੈਠੇ ਹੈਗੇ ਆ, ਪਿੰਡਾਂ ਦੇ ਪਿੰਡ ਉੱਥੇ ਬੈਠੇ ਆ, ਠੀਕ ਹੈ, ਹਰ ਪਿੰਡ ਦਾ ਨਾਂ ਲੱਗਿਆ, ਇਵੇਂ ਇਕੱਠੇ ਹੋ ਕੇ ਕਿਉਂ ਨਹੀਂ ਆਪਦੇ ਬਣਾ ਸਕਦੇ? ਆਪਦੀ ਸਟੋਰੇਜ ਕਰਕੇ, ਆਪਦੇ ਤਰੀਕੇ ਨਾਲ, ਆਪਦੇ ਛੋਟੇ ਪ੍ਰੋਸੈਸਿੰਗ ਯੂਨਿਟ ਲਾ ਸਕਦੇ। ਪਰ ਉਹਦੇ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਉਹ ਇਸ ਵਕਤ ਆ ਰਹੀ ਹੈਗੀ ਹੈ ਕਿ ਗਾਈਡੈਂਸ ਹੈ ਨਹੀਂ,
ਬਿਲਕੁਲ। ਜਿਹੜੀ ਐਕਚੁਅਲ ਗਾਈਡੈਂਸ ਦੀ ਕਮੀ ਹੈ ਉਹਨਾਂ ਨੂੰ, ਇੱਕ ਤਾਂ ਲੋਨ ਦੀ ਇਕੱਠੇ ਕਰਨ ਦੀ, ਉਹ ਯੂਨੀਅਨ ਵਾਲੇ ਇਹ ਕੰਮ ਕਰਨ ਕਿ ਉਹਨਾਂ ਨੂੰ ਇਕੱਠੇ ਕਰਕੇ, ਜਿਵੇਂ ਹੁਣ ਇਕੱਠੇ ਕੀਤੇ ਹੈ, ਇਹਨੂੰ ਪੱਧਰ ਨੂੰ ਸਟਰੋਂਗ ਕਰਨ, ਉਹਨਾਂ ਨੂੰ ਸਮਝਾ ਕੇ ਉਸੇ ਤਰੀਕੇ ਨਾਲ ਲੈ ਕੇ ਆਉਣ। ਦੂਜੀ ਹੈ ਕਿ ਜੇ ਥੋੜੀ ਜਿਹੀ ਇੱਥੇ, ਜਿਵੇਂ ਹੁਣ ਮੈਂ ਮਾਰਕੀਟਿੰਗ ਦੀ ਗੱਲ ਕੀਤੀ ਹੈ, ਐਗਰੀਕਲਚਰ ਦੇ ਵਿੱਚ ਅੱਜ ਜਿਹੜੀ ਪ੍ਰੋਬਲਮ ਸਾਡੀ ਹੈਗੀ ਹੈ, ਉਹ ਪ੍ਰੋਬਲਮ ਸਾਡੀ ਪ੍ਰੋਡਕਸ਼ਨ ਦੀ ਨਹੀਂ ਹੈ। ਪ੍ਰੋਡਕਸ਼ਨ 'ਚ ਅਸੀਂ ਬਹੁਤ ਉੱਤੇ ਆ। ਅੱਜ ਪ੍ਰੋਬਲਮ ਹੈ ਕਿ ਮਾਰਕੀਟਿੰਗ ਦੀ। ਇਸੇ ਮਾਰਕੀਟਿੰਗ ਕਰਕੇ ਹੀ ਤਾਂ ਸਰਕਾਰ ਵੀ, ਕੇਂਦਰ ਸਰਕਾਰ ਕਹਿੰਦੀ ਹੈ ਸਰਪਲਸ ਹੈ ਤੇ ਉਹ ਸਰਕਾਰੀ ਖਰੀਦ ਤੋਂ ਖਹਿੜਾ ਛਡਾਉਣਾ ਚਾਹੁੰਦੀ ਹੈ। ਠੀਕ ਹੈ, ਹੁਣ ਜੇ ਅਸੀਂ ਇਹਨੂੰ ਦੇਖੀਏ ਕਿ ਇੱਕ ਗਵਰਨਮੈਂਟ ਇੱਕੋ ਹੀ ਕੰਮ ਕਰਦੇ, ਸਾਨੂੰ ਇੱਕ ਸੈਪਰੇਟ ਮਾਰਕੀਟਿੰਗ ਇੰਸਟੀਚਿਊਟ ਸੈਟਅਪ ਕਰਦੇ, ਠੀਕ ਹੈ, ਜਿਹਦਾ ਕੰਮ ਇਹ ਹੋਵੇ ਕਿ ਉਹਨਾਂ ਨੇ ਦੇਸ਼ ਵਿਦੇਸ਼ 'ਚ ਕਿਹੜੇ ਚੀਜ਼ ਦੀ ਕਿੰਨੀ ਡਿਮਾਂਡ ਹੈਗੀ ਹੈ, ਉਹ ਚੀਜ਼ ਉੱਥੋਂ ਡਿਮਾਂਡ ਲੈ ਕੇ ਫਿਰ ਉਹ ਦੇਖੀ ਜਾਵੇ ਕਿ ਸਾਡੇ ਸੂਬੇ ਦੇ ਵਿੱਚ ਉਹ ਪੈਦਾ ਕੀਤੀ ਜਾ ਸਕਦੀ ਹੈ। ਜੇ ਉਹ ਸਾਡੇ ਸੂਬੇ ਦੇ ਵਿੱਚ ਪੈਦਾ ਹੋ ਸਕਦੀ ਹੈ ਤੇ ਫਿਰ ਕੀ ਉਹ ਸਾਡੇ ਲਈ ਲਾਹੇਵੰਦ ਹੋਊਗੀ। ਇਹ ਇੱਕ ਪੂਰਾ ਪ੍ਰੋਜੈਕਟ ਬਣਾ ਕੇ ਦੱਸਣ ਸਾਨੂੰ, ਠੀਕ ਹੈ, ਕਿਸਾਨਾਂ ਨੂੰ ਪੂਰਾ ਪ੍ਰੋਜੈਕਟ ਬਣਾ ਕੇ ਦਿੱਤਾ ਜਾਵੇ। ਫਿਰ ਉਹਨੂੰ ਇਹ ਨਹੀਂ ਵੀ ਕਿਸਾਨ ਨੂੰ ਹਿੱਟ ਐਂਡ ਟ੍ਰਾਇਲ ਤੇ ਛੱਡ। ਦੂਜਾ ਹੈ ਕਿ ਇਹਦੇ ਲਈ ਇਨਫਰਾਸਟ੍ਰਕਚਰ, ਇਹਦੇ ਲਈ ਕੋਈ ਬਹੁਤਾ ਇਨਫਰਾਸਟ੍ਰਕਚਰ ਨਵਾਂ ਖੜਾ ਕਰਨ ਦੀ ਲੋੜ ਨਹੀਂ। ਹਰ ਦੇਖੋ ਸਰਕਾਰੀ ਯੂਨੀਵਰਸਿਟੀ ਦੇ ਵਿੱਚ ਡਿਪਾਰਟਮੈਂਟ ਹੈਗੇ, ਬਿਜ਼ਨਸ ਮੈਨੇਜਮੈਂਟ ਦੇ ਵੀ ਹੈਗੇ ਹੈ, ਖਾਸ ਕਰਕੇ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ। ਮੈਂ ਖੇਤੀਬਾੜੀ ਯੂਨੀਵਰਸਿਟੀ ਦਾ ਕਿਉਂ ਕਹਿ ਰਿਹਾ, ਕਿਉਂਕਿ ਉੱਥੇ ਮਾਰਕੀਟਿੰਗ ਦੇ ਨਾਲ ਨਾਲ ਜਿਹੜੀ ਦੂਜੀ ਵੀ ਹੈ ਵੀ ਕਿਹੜੀ ਚੀਜ਼ ਸਾਡੇ ਇੱਥੇ ਪੈਦਾ ਕੀਤੀ ਜਾ ਸਕਦੀ ਹੈ, ਉਹਦਾ ਬੀਜ ਕੁਆਲਿਟੀ ਕੀ ਹੈ, ਜੇ ਉਹਦੇ ਸਾਨੂੰ ਵਧਾਉਣ ਦੀ ਲੋੜ ਪੈਂਦੀ ਹੈ। ਹੁਣ ਇਹਦੇ ਨਾਲ ਹੋਏਗਾ ਕੀ, ਇਹਦੇ ਨਾਲ ਖੇਤੀਬਾੜੀ ਮਹਿਕਮਾ ਤੇ ਡੇਅਰੀ ਡਿਵੈਲਪਮੈਂਟ ਨਾਲ ਜੋੜ ਲਓ। ਜਿਹੜੀ ਪਸਾਰ ਸਿੱਖਿਆ ਅੱਜ ਉਹ ਦੇ ਰਹੇ ਆ, ਪਸਾਰ ਸਿੱਖਿਆ ਤਾਂ ਬਹੁਤ ਕੁਝ ਹੋ ਗਿਆ ਕੰਮ, ਉਹ ਮਾਰਕੀਟਿੰਗ ਦੀ ਵੀ ਸਿੱਖਿਆ ਦੇਣ ਕਿਸਾਨਾਂ ਨੂੰ, ਠੀਕ ਹੈ। ਉਹਦੇ ਨਾਲ ਆਜੂਗੀ ਜਿਹੜੀਆਂ 5 ਏਜੰਸੀਆਂ ਸਰਕਾਰ ਦੀਆਂ ਹੈਗੀਆਂ, ਮਾਰਕਫੈਡ, ਗ੍ਰੇਨ, ਪੰਸੇਡ, ਇਹ ਸਾਰੀਆਂ 5 ਨੂੰ ਇਕੱਠੀਆਂ ਕਰਕੇ 2 ਨੂੰ ਲਾ ਦਿਓ ਕਿ ਜੋ ਤੁਸੀਂ ਕਰਨਾ ਹੈ ਉਹ ਸਿਰਫ ਸੂਬੇ ਦੇ ਅੰਦਰ ਦੀ ਅਨਾਜ ਦੀ ਸਾਂਭ ਸੰਭਾਲ ਕਰਨੀ ਹੈ। ਤੇ ਇਹਨਾਂ ਨੂੰ ਬਾਹਰੋਂ ਮਾਰਕੀਟਿੰਗ ਦੇ ਆਰਡਰ ਦੇਣ ਤੇ ਲਾ, ਠੀਕ ਹੈ। ਇੱਕ ਪਾਸੇ ਕਿਸਾਨਾਂ ਦੀਆਂ ਮੰਡੀਆਂ, ਕੋਆਪਰੇਟਿਵ ਸੁਸਾਇਟੀਆਂ ਬਣਾ ਕੇ ਸਿਲੋਜ਼ ਆਪਦੇ ਸਟੋਰ ਕਰ ਲੈਣ, ਦੂਜੇ ਪਾਸੇ ਇਹ ਡਿਮਾਂਡ ਅਸੈਸ ਕਰਕੇ ਲਿਆਉਣ। ਹੁਣ ਜਿਹੜਾ ਖੇਤੀਬਾੜੀ ਤੇ ਡੇਅਰੀ ਡਿਵੈਲਪਮੈਂਟ ਨਾਲ ਰਲ ਕੇ ਆਪਦੀ ਲੋਕਲ ਡਿਮਾਂਡ ਅਸੈਸ ਕਰਕੇ ਜਿਹੜਾ ਰਕਬਾ ਉਦੋਂ ਪਾਸੇ ਰਹਿ ਗਿਆ, ਲੋਕਲ ਡਿਮਾਂਡ ਡਿਲੀਸ਼ੀਅਸ ਪ੍ਰੋਡਕਟ ਦੀ ਹੈਗੀ ਹੈ ਤੇ ਜਿਹੜੀਆਂ ਅਸੀਂ ਸੈਲਫ ਹੋ ਸਕਦੇ ਹਾਂ ਕਲਟੀਵੇਸ਼ਨ ਦੇ ਵਿੱਚ, ਉਹ ਅਸੀਂ ਆਪਦੀ ਜ਼ਰੂਰਤ ਲਈ ਆਪ ਉਗਾਈਏ। ਉਦੋਂ ਬਾਅਦ ਜਿਹੜਾ ਰਕਬਾ ਰਹਿ ਗਿਆ ਉਹ ਸਿਰਫ ਡਿਵਾਈਡ ਕਰਕੇ ਉਹਨਾਂ ਚੀਜ਼ਾਂ ਦਾ ਬੀਜਿਆ ਜਾਵੇ ਜਿਨ੍ਹਾਂ ਦੀ ਬਾਹਰ ਸਾਡੀ ਡਿਮਾਂਡ ਹੈ, ਜਿਨ੍ਹਾਂ ਦਾ ਅਸੀਂ ਬਾਹਰ ਉਹ ਵੇਚ ਸਕਦੇ ਹਾਂ। ਉਹਦੇ ਨਾਲ ਹੋਊਗਾ ਕਿ ਇੱਕ ਤਾਂ ਜਿਹੜੀ MSP ਤੇ ਆ ਜਾਊਗੀ, ਤਕਰੀਬਨ ਚੀਜ਼ਾਂ ਆ ਜਾਣਗੀਆਂ। ਹਾਂ, ਕਿਤੇ MSP ਘਟਦੀ ਵੱਧਦੀ ਹੈਗੀ ਹੈ ਕਿਉਂਕਿ ਇੰਟਰਨੈਸ਼ਨਲ ਪ੍ਰਾਈਸਿਸ ਵੇਰੀ ਕਰ ਜਾਂਦੇ, ਤੇ ਇੱਕ ਫੰਡ ਕਾਰਪਸ ਕ੍ਰੀਏਟ ਕੀਤਾ ਜਾ ਸਕਦਾ ਹੈਗਾ ਕਿ ਉਹ ਜਿਹੜਾ ਟੈਕਸਿਸ ਚੋਂ ਡਿਫਰੈਂਟ ਜਿਹੜੇ ਇਕੱਠੇ ਹੁੰਦੇ ਆ, ਉਹਨਾਂ ਚੋਂ ਅਸੀਂ ਪੂਲਿੰਗ ਕਿਤੇ ਨਾ ਕਿਤੇ ਕਰੀ ਜਾਈਏ ਤੇ ਜਦੋਂ ਕਿਤੇ ਲੋੜ ਪਵੇ ਉਹ ਉੱਥੇ ਅਸੀਂ ਯੂਜ਼ ਕਰ ਲਈਏ, ਠੀਕ। ਉਹਦੇ ਨਾਲ ਡਾਈਵਰਸਿਫਿਕੇਸ਼ਨ ਦਾ ਵੀ ਸਾਡਾ ਕੰਮ, ਜਿਹੜਾ ਰੌਲਾ ਪੈਂਦਾ ਨਾ ਡਾਈਵਰਸਿਫਿਕੇਸ਼ਨ ਨਹੀਂ ਹੋ ਰਹੀ, ਇਹਦੇ ਨਾਲ ਡਾਈਵਰਸਿਫਿਕੇਸ਼ਨ ਦਾ ਵੀ ਕੰਮ ਆਟੋਮੈਟਿਕ ਹੀ ਹੋ ਜਾਏਗਾ ਕਿਉਂਕਿ ਅਸੀਂ ਲਾਉਣਾ ਹੀ ਉਹ ਚੀਜ਼ ਹੈ ਜਿਹਦੀ ਡਿਮਾਂਡ ਹੈਗੀ ਹੈ ਤੇ ਉਹ ਚੀਜ਼ਾਂ ਤਾਂ ਵੱਡੀਆਂ ਗਈਆਂ, ਕਣਕ ਝੋਨੇ ਤੋਂ ਅਸੀਂ ਆਟੋਮੈਟਿਕਲੀ ਨਿਕਲ ਗਏ, ਠੀਕ ਹੈ ਨਾ। ਜਿੰਨਾ ਸੋ ਇਹ ਚੀਜ਼ਾਂ ਨੂੰ ਕਰਕੇ ਕਰਨਾ ਚਾਹੀਦਾ। ਹੁਣ ਅੱਜ ਮਾਰਕੀਟਿੰਗ ਦੇ ਵਿੱਚ ਹੋ ਕੀ ਰਿਹਾ, ਸਿਰਫ ਸਾਨੂੰ ਮੰਡੀਆਂ ਦੇ ਭਾਅ ਦੱਸ ਦਿੱਤੇ ਜਾਂਦੇ ਆ। ਇਹ ਮਾਰਕੀਟਿੰਗ ਨਹੀਂ ਹੈਗੀ ਕਿ ਮੰਡੀਆਂ ਦੇ ਭਾਅ ਦੱਸ ਦਿਓ ਤੇ ਦੈਟ ਇਜ਼ ਮਾਰਕੀਟਿੰਗ, ਇਹ ਤਾਂ ਨਹੀਂ ਮਾਰਕੀਟਿੰਗ ਹੈਗੀ। ਸੋ ਸਾਨੂੰ ਇਹ ਚੀਜ਼ ਸਮਝਣ ਦੀ ਲੋੜ ਹੈ। ਇਹਦੇ ਨਾਲ ਫਿਰ ਕਿਸਾਨਾਂ ਦੀ ਜਿਹੜੀ ਇੰਟਰਨਲ ਕੋਆਪਰੇਟਿਵ ਸਟੋਰੇਜ, ਜਦੋਂ ਉਹਨਾਂ ਨੂੰ ਦਿਖੇਗਾ ਕਿ ਇਹ ਚੀਜ਼ ਹੋ ਰਹੀ ਹੈ, ਅਸੀਂ ਕਰ ਸਕਦੇ ਹਾਂ, ਤਾਂ ਉਹ ਵੀ ਨਾਲ ਲਾ ਕੇ ਉਹ ਚੀਜ਼ਾਂ ਬਣ ਸਕਦੀਆਂ, ਬਿਲਕੁਲ ਬਣ ਸਕਦੀਆਂ। ਪਰ ਨਾਲ ਮੇਰੀ ਇਹਦੇ 'ਚ ਇਹ ਵੀ ਹੈ ਕਿ ਈਵਨ ਤੱਕ ਜਿਹੜੀਆਂ ਕਿਸਾਨ ਯੂਨੀਅਨ ਵੀ ਆਪਣੇ ਲੈਵਲ ਤੇ ਛੋਟੇ ਮਾਰਕੀਟਿੰਗ ਸੈੱਲ ਵੀ ਨਾਲ ਕ੍ਰੀਏਟ ਕਰ, ਉਹ ਵੀ ਕਰ ਸਕਦੀਆਂ, ਜਿਹੜੇ ਕਿਸਾਨਾਂ ਨੂੰ ਗਾਈਡ ਕਰਨ। ਤੇ ਨਾਲ ਉਹਨਾਂ ਦਾ ਕੰਮ ਇਹ ਵੀ ਹੋਏਗਾ ਕਿ ਸਟੋਰੇਜ ਕੋਆਪਰੇਟਿਵ ਦਾ ਕਿੱਦਾਂ ਉਹਨਾਂ ਨੂੰ ਕਰਨਾ ਹੈਗਾ, ਕਿੰਨੀ ਸਟੋਰੇਜ ਕਿੰਨੇ ਪਿੰਡ ਨੂੰ ਕਿਵੇਂ ਚਾਹੀਦੀ ਹੈ, ਪੂਲਿੰਗ ਕਰਕੇ ਕਿੱਦਾਂ ਬਣਾ ਸਕਦੇ ਆ, ਉਹ ਇੱਕ ਪ੍ਰੋਪਰ ਪਲਾਨ ਸ਼ੇਪ 'ਚ ਆ ਜਾਏ। ਬਿਲਕੁਲ। ਪਰ ਇਹਦੇ ਵਿੱਚ ਸਰਕਾਰ ਦਾ ਜਿਹੜਾ ਉਹ ਸਹਿਯੋਗ ਉਹ ਵੀ ਜਿਹੜਾ ਜ਼ਰੂਰੀ ਹੈ, ਕਿਉਂਕਿ ਜੇ ਸਰਕਾਰ ਸਹਿਯੋਗ ਨਹੀਂ ਕਰੇਗੀ ਤਾਂ ਲੋਕਾਂ ਨੂੰ ਕਿਤੇ ਨਾ ਕਿਤੇ ਦਿੱਕਤਾਂ ਜ਼ਰੂਰ ਆਉਣਗੀਆਂ, ਕਿਸਾਨਾਂ ਨੂੰ ਹੋਣ ਭਾਵੇਂ। ਜਦੋਂ ਆਪਾਂ ਡਾਕਟਰ ਸਾਹਿਬ ਹੁਣ ਇਹ ਸਾਰਾ ਖੇਤੀ ਮਾਡਲ ਦਾ ਪਲਾਨ ਤਾਂ ਤੁਸੀਂ ਸਮਝਾਤਾ ਕਿ ਇਸ ਤਰੀਕੇ ਨਾਲ ਹੋ ਸਕਦਾ ਹੈ ਜੇ ਕਿਸਾਨ ਚਾਹਣ, ਜੇ ਉਹ ਚਾਹੁੰਦੇ ਨੇ ਕਿ ਕਿੱਦਾਂ ਡਾਈਵਰਸੀਫਿਕੇਸ਼ਨ ਵੀ ਸਾਹਮਣੇ ਆ ਸਕਦੀ ਹੈ, ਕਣਕ ਤੇ ਝੋਨੇ ਤੋਂ ਵੀ ਬਾਹਰ ਨਿਕਲਿਆ ਜਾ ਸਕਦਾ ਹੈ, ਬਹੁਤ ਕੁਝ। ਇਹਦੇ ਨਾਲ ਪੰਜਾਬ ਦੇ ਪਾਣੀਆਂ ਦੀ ਵੀ ਜਿਹੜੀ ਆ ਉਹ ਕਿਤੇ ਨਾ ਕਿਤੇ ਖਪਤ ਜਿੰਨੀ ਵੱਧ ਹੋ ਰਹੀ ਹੈ ਉਹਦੇ ਤੋਂ ਵੀ ਬਚਿਆ ਜਾ ਸਕਦਾ।
ਪਰ ਜਦੋਂ ਤੁਸੀਂ ਇੱਕ ਵਾਰੀ ਮੈਂ ਫੇਰ ਥੋੜਾ ਹੋਰ ਪਿੱਛੇ, ਜਦੋਂ ਤੁਸੀਂ ਇੰਡਸਟਰੀ ਦੀ ਗੱਲ ਕੀਤੀ, ਥੋੜਾ ਉਹਦਾ ਵੀ ਪਲਾਨ ਸਮਝਾਓ ਤਾਂ ਕਿ ਸਰਕਾਰ ਤੱਕ ਵੀ ਇਹ ਗੱਲ ਪਹੁੰਚੇ। ਇੰਡਸਟਰੀ ਕਿਸ ਤਰ੍ਹਾਂ ਆਪਣੇ ਪੈਰਾਂ ਸਿਰ ਹੋ ਸਕਦੀ ਹੈ, ਇਹਦੇ ਨਾਲ ਕਿੱਦਾਂ ਪੰਜਾਬ ਦੀ ਅਰਥ ਵਿਵਸਥਾ ਸਹੀ ਹੋਏਗੀ, ਉਹਦਾ ਵੀ ਪਲਾਨ ਦੱਸਿਓ ਥੋੜਾ। ਦੇਖੋ ਜੀ, ਜਿੱਦਾਂ ਸਾਨੂੰ ਇਹਦੇ 'ਚ ਥੋੜਾ ਜਿਹਾ ਸਮਝਣਾ ਚਾਹੀਦਾ ਹੈ। ਐਕਚੁਅਲੀ ਪ੍ਰੋਬਲਮ ਕੀ ਹੈ ਜੀ, ਅਸੀਂ ਜਿਹੜੇ ਵੱਡਿਆਂ ਨੂੰ ਤਾਂ ਸਬਸਿਡੀਆਂ ਦੇਣ ਨੂੰ ਤਿਆਰ ਹੋ ਜਾਂਦੇ ਹਾਂ, ਠੀਕ ਹੈ, ਪਰ ਛੋਟਿਆਂ ਨੂੰ ਅਸੀਂ ਸਬਸਿਡੀਆਂ ਦੇ ਕੇ ਰਾਜੀ ਨਹੀਂ। ਉੱਥੇ ਰੌਲਾ ਪੈਂਦਾ, ਚਾਹੇ ਉਹ ਕਿਸਾਨ ਹੋਣ, ਚਾਹੇ ਛੋਟਾ ਇੰਡਸਟਰੀ ਵਰਕ ਹੋਵੇ, ਉੱਥੇ ਇਹ ਚੀਜ਼ਾਂ ਨਹੀਂ ਮਿਲਦੀਆਂ। ਹੁਣ ਤੁਸੀਂ ਇੱਕ ਗੱਲ ਮੈਂ ਕਹੀ ਸੀ 1500 ਕਰੋੜ, ਤੁਸੀਂ ਇੱਕ ਫਿਗਰ ਦੇਖੋ, 1500 ਕਰੋੜ ਕਿੱਥੇ, ਕਈ ਵੱਡੀਆਂ ਇੰਡਸਟਰੀਆਂ ਦੇ ਕਿੰਨੇ ਕਿੰਨੇ ਹਜ਼ਾਰ ਕਰੋੜ ਰਾਈਟ ਆਫ ਹੋਏ ਆ, ਤੇ ਕੀ 7000 ਇੰਡਸਟਰੀ ਦਾ 1500 ਕਰੋੜ ਨਹੀਂ ਕਿਤੇ ਸੈਟਲ ਕੀਤਾ ਜਾ ਸਕਦਾ ਵੀ ਇੰਨਾ ਕੁਝ ਅਸੀਂ ਕਰਦੇ ਆ, ਇੰਨਾ ਤੁਸੀਂ ਉਹਦੇ 'ਚ ਇੰਟਰਵੀਨ ਕਰੋ ਤੇ ਉਹਦੇ ਹਿਸਾਬ ਨਾਲ ਅਸੀਂ ਕਰਕੇ ਤੇ ਇੱਕ ਪਲਾਨ ਬਣਾਈਏ। ਮੈਂ ਖਾਸ ਕਰਕੇ ਜਿਹੜੀ ਪਹਿਲਾਂ ਵੀ ਗੱਲ ਕਹੀ ਸੀ ਕਿ ਸਾਰੀਆਂ ਨੂੰ ਰਿਕਵਰੀ 'ਚ ਨਾ ਪਾਓ, ਦੇਖੋ ਅਸੈਸਮੈਂਟ ਕਰੋ ਉਹਦੀ, ਕਿਹੜੀ ਨੂੰ ਰੀਸਟਰਕਚਰ ਕਰ ਸਕਦੇ ਆ ਤੇ ਰੀਅਸੈਸਮੈਂਟ ਕਰਕੇ ਉਹਦੀ ਰੀਕੈਪੀਟਲਾਈਜੇਸ਼ਨ ਪਲਾਨ ਬਣਾਓ, ਠੀਕ ਹੈ, ਜਿਹੜੀ ਨਹੀਂ ਹੋ ਸਕਦੀ ਉਹਨੂੰ ਰਿਕਵਰੀ 'ਚ ਪਾਓ। ਬਿਲਕੁਲ, ਇਹ ਚੀਜ਼ ਹੈ। ਦੂਜਾ, ਉਹਨਾਂ ਨੂੰ ਵੀ ਮਾਰਕੀਟਿੰਗ ਦਾ, ਕਿਉਂਕਿ ਛੋਟੇ ਜਿਹੜੇ ਕਾਰਖਾਨੇਦਾਰ ਹੈ ਉਹਨਾਂ ਕੋਲੇ ਵੀ ਕਿਸਾਨਾਂ ਵੱਲੋਂ ਆਪਦਾ ਐਕਸਪੀਰੀਅੰਸ ਜਾਂ ਉਹਨੇ ਫੰਡਸ ਨਹੀਂ ਹੈਗੇ ਕਿ ਉਹ ਆਪਦੀ ਰਿਸਰਚ ਐਂਡ ਡਿਵੈਲਪਮੈਂਟ ਆਪ ਕਰ ਲੈਣ। ਇਸੇ ਕਰਕੇ ਮੈਂ ਜਿਹੜੀ ਗੱਲ ਕੀਤੀ ਸੀ ਡਾਇਰੈਕਟਰ ਸਮਾਲ ਸਕੇਲ ਇੰਡਸਟਰੀਜ਼ ਦੀ ਤੇ ਹੋਰ ਦੀ, ਤਾਂ ਕਿ ਉਹਨਾਂ ਨੂੰ ਰੋਪ ਇਨ ਕੀਤਾ ਜਾਵੇ। ਕਿੰਨੇ ਦੇਖੋ ਪੰਜਾਬ ਦੇ ਵਿੱਚ 20 ਸਕੂਲਸ ਹੈਗੇ ਆ, ਉਹਨਾਂ ਨੂੰ ਰੋਪ ਇਨ ਕਰ ਲਿਆ ਜਾਵੇ ਇੰਡਸਟਰੀ ਲਈ, ਠੀਕ ਹੈ। ਉਧਰ ਤੱਕ ਖੇਤੀਬਾੜੀ ਯੂਨੀਵਰਸਿਟੀ ਨੂੰ ਮੈਂ ਰੋਪ ਇਨ ਕੀਤਾ, ਇੱਥੇ ਤੁਸੀਂ 20 ਸਕੂਲਸ ਨੂੰ ਰੋਪ ਇਨ ਕਰ ਸਕਦੇ ਹੋ। ਬਿਜ਼ਨਸ ਸਕੂਲ ਹੈ, ਉਹਨਾਂ ਦਾ ਕੰਮ ਇਹ ਹੈ ਬ੍ਰਾਂਡ ਡਿਵੈਲਪ ਕਰਨਾ, ਬ੍ਰਾਂਡ ਇਕੁਇਟੀ, ਛੋਟੇ ਯੂਨਿਟ ਜਿਹੜੇ ਸਟਾਰਟ ਹੁੰਦੇ ਆ ਉਹਨਾਂ ਦਾ ਅਸੀਂ ਬ੍ਰਾਂਡ ਬਣਵਾਈਏ ਕਰੀਏ। ਹੁਣ ਇਹ ਕਾਰਖਾਨੇਦਾਰ ਨੂੰ ਸਪੋਰਟ ਬਿਨਾਂ ਨਹੀਂ ਹੋ ਸਕਦਾ। ਦੂਜੀ ਹੈ, ਥੋੜਾ ਜਿਹਾ ਸਾਨੂੰ ਇਹ ਵੀ ਦੇਖਣਾ ਪਏਗਾ, ਜੋ ਸਾਡੇ ਸੂਬੇ ਦੂਜੇ ਛੋਟਿਆਂ ਨੂੰ ਖੇਚਣ ਲਈ ਦੇ ਰਹੇ ਹੈ ਬੈਨੀਫਿਟਸ, ਠੀਕ ਹੈ, ਚਾਹੇ ਕੋਈ ਲੋਕੋ ਟੈਕਸ ਦਾ ਬੈਨੀਫਿਟ ਦੇ ਰਿਹਾ ਹੈ, ਟੈਕਸ 'ਚ ਛੋਟ ਹੈਗੀ ਹੈ, ਚਾਹੇ ਕੋਈ ਦੇ ਰਿਹਾ, ਉਸ ਚੀਜ਼ਾਂ ਸਾਨੂੰ ਵੀ ਲਾਗੂ ਕਰਨੀਆਂ ਪੈਣੀਆਂ, ਤਾਂ ਹੀ ਅਸੀਂ ਉਹਨਾਂ ਨੂੰ ਇੱਥੇ ਰੱਖ ਪਾਵਾਂਗੇ। ਪਰ ਕੇਂਦਰ 'ਚ ਸਾਨੂੰ ਪਹਿਲੀ ਸੋਚ ਇਹ ਬਦਲਣੀ ਪੈਣੀ ਹੈ ਕਿ ਵੱਡਿਆਂ ਦੇ ਪਿੱਛੇ ਭੱਜਣ ਦੀ ਬਜਾਏ ਅਸੀਂ ਛੋਟਿਆਂ ਨੂੰ ਬਚਾਉਣ ਦੀ ਗੱਲ ਕਰੀਏ। ਬਿਲਕੁਲ ਡਾਕਟਰ ਸਾਹਿਬ, ਇਹ ਕਿੰਨਾ ਕੁ ਜ਼ਰੂਰੀ ਹੋ ਜਾਂਦਾ ਹੈ ਕਿ ਇੱਕ ਸੂਬੇ ਨੂੰ ਪੈਰਾਂ ਸਿਰ ਕਰਨ ਦੇ ਲਈ ਲੋਨ ਦੀ ਵੀ ਲੋੜ ਪੈਂਦੀ ਹੈ, ਫਿਰ ਸਰਕਾਰ ਉਹਦਾ ਕਰਜ਼ਾ ਲਾਉਣ ਦੇ ਵਿੱਚ ਹੀ ਜਿਹੜਾ ਕਿਤੇ ਨਾ ਕਿਤੇ ਖਰਚਤ ਹੋ ਜਾਂਦੀ ਹੈ, ਉਧਰ ਹੀ ਬਿਜ਼ੀ ਹੋ ਜਾਂਦੇ ਨੇ, ਕਰਜ਼ਾ ਲੱਥਦਾ ਨਹੀਂ, ਜਿਵੇਂ ਹੁਣ 3 ਲੱਖ ਕਰੋੜ ਪੰਜਾਬ ਸਿਰ ਹੋਣ ਵਾਲਾ। ਦੇਖੋ ਜੀ, ਲੋਨ ਲੈਣਾ ਵੀ ਪੈਂਦਾ ਹੈ, ਕਈ ਵਾਰੀ ਇਹ ਨਹੀਂ ਹੈਗਾ, ਪਰ ਲੋਨ ਕਿੰਨਾ ਲਿਆ ਜਾਵੇ, ਇਹ ਨਾ ਹੋਵੇ ਕਿ ਚੌਥਾ ਹਿੱਸਾ ਜਿਹੜਾ ਤੁਹਾਡੇ ਬਜਟ ਦਾ ਉਹ ਲੋਨ ਦੇ ਦੇਣ 'ਚ ਹੀ ਨਿਕਲ ਜੇ ਤੇ ਮਗਰ ਰਹਿ ਕੀ ਜਾਊਗਾ। ਤਾਂ ਸਾਨੂੰ ਸਮਝਣਾ ਚਾਹੀਦਾ ਹੈ ਕਿ ਸਾਡੇ ਜਿਹੜੇ ਹੈਗੇ ਆ ਉਹ ਕਿੰਨੇ ਕੁ ਸਾਡੇ ਕੋਲ ਰਿਸੋਰਸਿਸ ਹੈਗੇ, ਜਿਹਦੇ ਤੋਂ ਅਸੀਂ ਕਿੰਨਾ ਲੋਨ ਲੈ ਸਕਦੇ ਹਾਂ, ਅਸੀਂ ਉਸੇ ਤਰੀਕੇ ਨਾਲ ਚੀਜ਼ਾਂ ਕਰੀਏ। ਹੁਣ ਬੜੀ ਛੋਟੀ ਜਿਹੀ ਉਦਾਹਰਨ ਮੈਂ ਦਿੰਦਾ, ਠੀਕ ਹੈ, ਟੈਕਸੇਸ਼ਨ 'ਚ ਸਾਨੂੰ ਕਈ ਪ੍ਰੋਬਲਮਸ ਆਈਆਂ, ਪਰ ਫਿਰ ਵੀ ਕਈ ਜਗ੍ਹਾ ਤੇ ਕਈ ਟੈਕਸ ਅੱਜ ਵੀ ਸਟੇਟ ਦੇ ਹੈਗੇ, ਜਿਨ੍ਹਾਂ ਨੂੰ ਚੰਗੀ ਤਰ੍ਹਾਂ ਜੇ ਉਗਰਾਇਆ ਜਾਵੇ, ਉੱਥੇ ਜਿਹੜੀ ਪਿਲਫਰੇਜ ਖਤਮ ਕੀਤੀ ਜਾਵੇ, ਤਾਂ ਉਹ ਚੀਜ਼ਾਂ ਕਾਫੀ ਚੀਜ਼ਾਂ ਸਾਨੂੰ ਸਹਾਰਾ ਦੇ ਸਕਦੀਆਂ, ਠੀਕ ਹੈ। ਇਹ ਨਹੀਂ ਕਿ ਜਮਾਂ ਰਿਸੋਰਸਿਸ ਮਰ ਗਏ, ਠੀਕ ਹੈ, GST ਕੇਂਦਰ ਸਰਕਾਰ ਲੈ ਗਈ, ਵੈਟ ਨੂੰ GST 'ਚ ਕਨਵਰਟ ਕਰਕੇ ਉਹ ਲੈ ਗਏ, ਉਹਨਾਂ ਨੇ ਉਸ ਚੀਜ਼ ਨੂੰ ਹੈ, ਤੇ ਹੁਣ ਅੱਜ ਹੋਇਆ ਕੀ ਹੈ, ਉਹ ਚੀਜ਼ ਉਹ ਲੈ ਕੇ ਜਿਹੜੇ ਸਟੇਟ ਕੋਲੇ ਰਹਿੰਦੇ ਆ, ਹੁਣ ਪੈਟਰੋਲ ਤੇ ਤਾਂ ਡਾਇਰੈਕਟ ਲੱਗਦਾ ਹੈਗਾ, ਪੈਟਰੋਲ ਡੀਜ਼ਲ ਤੇ ਉਹ ਸਟੇਟ ਨੂੰ ਹੈ, ਰੇਟ ਚੋਂ ਆਉਂਦਾ ਹੈਗਾ, ਇਹ ਸਾਰੀਆਂ ਚੀਜ਼ਾਂ ਦੀ ਇਨਕਮ ਤਾਂ ਹਜੇ ਸਟੇਟ ਨੂੰ ਹੈਗੀ ਹੈ, ਪਰ ਇਹ ਚੱਜ ਨਾਲ ਉਗਰਾਇਆ ਨਹੀਂ ਜਾ ਰਿਹਾ, ਠੀਕ ਹੈ। ਇਹਦੀ ਪਿਲਫਰੇਜ ਰੋਕੀ ਜਾਵੇ, ਉਹਨੂੰ ਪ੍ਰੋਪਰਲੀ ਲੋਕੇਟ ਕੀਤਾ ਜਾਵੇ, ਲੀਕਰ ਚੋਂ ਆਉਂਦਾ ਹੈਗਾ। ਸੋ ਇਹਨਾਂ ਦੇ ਉੱਤੇ ਕੰਮ ਕਰਕੇ ਟੈਕਸ ਨੂੰ ਜਿਹੜਾ ਉਗਰਾਉਣ ਦੀ ਗੱਲ ਕੀਤੀ ਜਾਵੇ, ਤਾਂ ਉਹਨੂੰ ਚੀਜ਼ਾਂ ਜੋੜੀਆਂ ਜਾਣ। ਤੇ ਦੂਜਾ ਹੈ ਕਿ ਹੁਣ ਤੋਂ ਇੱਕ ਚੀਜ਼ ਬੜੀ ਸਾਫ਼ ਕਰਨੀ ਪਊਗੀ ਕਿ ਜੇ ਅੱਗੇ ਤੋਂ ਬਚਣਾ ਹੈ ਕਿ ਨਵਾਂ ਲੋਨ ਨਾ ਲਿਆ ਜਾਵੇ। ਹਾਲਾਂਕਿ ਹੁਣ ਫਿਰ ਸਰਕਾਰ ਨੇ ਲਿਆ, ਕਿਉਂਕਿ ਜਦੋਂ GST ਦੀ ਕਿਸ਼ਤ ਨਹੀਂ ਕੇਂਦਰ ਨੇ ਦਿੱਤੀ, ਉਹਨਾਂ ਨੇ ਕਿਹਾ ਪਲਾਨ ਤੁਸੀਂ ਆਪਟ ਕਰ ਲਓ, ਕਿਹੜਾ ਲੈਣਾ ਹੈਗਾ, RBI ਤੋਂ ਪਲਾਨ A ਲੈਣਾ ਕਿ B ਲੈਣਾ, ਤੁਸੀਂ ਉਹ ਆਪ ਕਰ ਲਓ। ਮਜਬੂਰੀ ਬਸ ਸਾਨੂੰ ਵੀ ਜਿਹੜਾ 9044 ਕਰੋੜ ਦਾ ਲੋਨ ਫਿਰ ਲੈਣਾ ਪਿਆ ਹੈਗਾ, ਪਰ ਉਹਦੇ ਵਿੱਚ ਸਾਨੂੰ ਹੁਣ ਅੱਗੇ ਤੋਂ ਇਹ ਲਾਉਣਾ ਪਊਗਾ, ਕਿਤੇ ਨਾ ਕਿਤੇ ਸਾਨੂੰ ਇਹ ਲਾਉਣਾ ਪਊਗਾ ਕਿ ਅਸੀਂ ਹੁਣ ਬਸ ਕਰੀਏ, ਇੱਥੋਂ ਪਹਿਲਾਂ ਕਲੀਅਰ ਕਰੀਏ, ਫਿਰ ਅਗਲਾ ਲਈਏ। ਅਸੀਂ ਘਰ 'ਚ ਵੀ ਤਾਂ ਦੇਖੀਏ ਨਾ, ਜਿਹੜਾ ਘਰ ਨਹੀਂ ਸੋਚ ਕੇ ਚੱਲਦਾ, ਲੋਨ ਜੇ ਲੋਨ ਦੇਣ ਨੂੰ ਲੋਨ ਲੈਣਾ ਪੈ ਜੇ, ਤੇ ਤੁਸੀਂ ਆਪ ਹੀ ਹਾਲਾਤ ਲਾ ਲਓ ਕਿ ਉਹ ਕੀ ਹੋਣਗੇ।
ਬਿਲਕੁਲ ਬਿਲਕੁਲ ਬਿਲकुल ਜੀ। ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇ ਲਈ। ਧੰਨਵਾਦ। ਜੀ, ਸੋ ਮੇਰੇ ਨਾਲ ਪੰਜਾਬਿਸਤਾਨ ਟੀਵੀ ਤੇ ਮੌਜੂਦ ਸਨ ਡਾਕਟਰ ਅਮਨਪ੍ਰੀਤ ਸਿੰਘ ਬਰਾੜ। ਤੁਸੀਂ ਸੁਣਿਆ ਕਿ ਅਸੀਂ ਪੰਜਾਬ ਦੀ ਅਰਥ ਵਿਵਸਥਾ, ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਖੇਤੀ ਸੰਕਟ ਵੱਧਦਾ ਜਾ ਰਿਹਾ ਉਸ ਉੱਤੇ ਅਸੀਂ ਚਰਚਾ ਕੀਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਪੰਜਾਬਿਸਤਾਨ ਟੀਵੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।